ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਹੋ? ਬਿਲਕੁਲ ਠੀਕ ਹੈ। ਅੱਛਾ, ਇੱਕ ਫੈਸਲਾ ਆਇਆ ਸੁਪਰੀਮ ਕੋਰਟ ਨੇ 7 ਸਾਲ ਤੱਕ ਕੈਦ ਹੋਣ ਵਾਲੇ ਕੇਸਾਂ ਵਿੱਚ ਜ਼ਮਾਨਤ ਦੇਣ ਦੀ ਦਿੱਤੀ ਸਲਾਹ। ਸੁਪਰੀਮ ਕੋਰਟ ਦਾ ਫੈਸਲਾ ਹੈ। ਤੀਜਾ ਹਿੱਸਾ ਜੇਲ੍ਹ ਵਿੱਚ ਬੰਦ ਵਿਅਕਤੀ ਹਵਾਲਾਤੀ। ਇਹਦੇ ਵਿੱਚ ਕਿਹਨੂੰ ਕਿਹਨੂੰ ਰਿਆਇਤ ਮਿਲ ਸਕਦੀ ਹੈ? ਇਹਦੇ ਵਿੱਚ ਜਿਹੜੇ ਜਸਟਿਸ ਸੂਰਿਆਕਾਂਤ ਕੌਲ ਤੇ ਜਸਟਿਸ ਐਮ ਸੁੰਦਰੇਸ਼ ਹੈ ਜੀ, ਇਹ ਇੱਕ ਕੇਸ ਦੀ ਸੁਣਵਾਈ ਕਰ ਰਹੇ। ਸਿੰਦਰ ਕੁਮਾਰ ਅੰਤਲ ਬਨਾਮ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ। ਇਸ ਕੇਸ ਦੀ ਸੁਣਵਾਈ ਕਰਦਿਆਂ ਉਹਨਾਂ ਨੇ ਕਿਹਾ ਕਿ 2/3 ਜਿਹੜੇ ਜੇਲ੍ਹਾਂ 'ਚ ਵਿਅਕਤੀ ਬੈਠੇ ਨੇ ਉਹ ਹਵਾਲਾਤੀ ਨੇ, ਜਿਨ੍ਹਾਂ ਦੇ ਅੰਡਰ ਟਰਾਇਲ ਨੇ, ਜਿਨ੍ਹਾਂ ਦੇ ਕੇਸ ਅਜੇ ਵਿਚਾਰਧੀਨ ਨੇ। ਮੈਂ ਥੋੜਾ ਜਿਹਾ ਸਪਸ਼ਟ ਕਰਦਿਆਂ ਜੀ, ਸਾਡੀਆਂ ਭਾਰਤ ਦੀਆਂ ਪੂਰੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਆ ਕੈਦੀ ਰੱਖਣ ਦੀ ਸਮਰੱਥਾ 4,03,000 ਆ। ਇਸ ਵੇਲੇ ਜਿਹੜੀ ਜੇਲ੍ਹਾਂ 'ਚ ਲੋਕ ਨੇ ਉਹ ਬੰਦ ਨੇ 4,78,000। ਜਿਹੜਾ ਅੰਮ੍ਰਿਤ ਉਤਸਵ ਮਨਾਇਆ ਜਾ ਰਿਹਾ ਵਾ, ਸਾਡੀ 75ਵੀਂ ਵਰ੍ਹੇਗੰਢ ਤੇ ਮਨਾਇਆ ਜਾ ਰਿਹਾ ਵਾ, ਡਾਂਡੀ ਮਾਰਚ ਸ਼ੁਰੂ ਕੀਤਾ ਗਿਆ ਗੁਜਰਾਤ ਤੋਂ, ਸਾਬਰਮਤੀ ਤੋਂ। ਉਹਦੇ ਤਹਿਤ ਜਿਹੜਾ ਸੀ ਹੁਣ ਇਹਨਾਂ ਨੇ ਕਿਹਾ ਕਿ ਉਸ ਚੀਜ਼ ਨੂੰ ਮੁੱਖ ਰੱਖ ਕੇ ਕਿ ਜਿਹੜੇ ਔਰਤਾਂ 50 ਸਾਲ ਤੋਂ ਵੱਧ ਉਮਰ ਦੀਆਂ ਹੋ ਗਈਆਂ ਜੇਲ੍ਹ ਕੱਟ ਰਹੀਆਂ ਨੇ, ਉਹਨਾਂ ਦੇ ਸਿਰਫ ਇੱਕ ਜਬਰ ਜਨਾਹ ਦਾ, ਇੱਕ ਅੱਤਵਾਦ ਦਾ, ਵੱਖਵਾਦ ਦਾ, ਸਮਗਲਿੰਗ ਤੇ ਡਰੱਗ ਦਾ, ਇਹ 4-5 ਕੇਸਾਂ ਨੂੰ ਛੱਡ ਕੇ ਬਾਕੀ ਜਿਹੜੇ ਵੀ ਬੈਠੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਔਰਤਾਂ ਜਾਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ। ਔਰਤਾਂ ਜਾਂ ਮਰਦਾਂ? ਮਰਦ। ਔਰਤਾਂ ਮਤਲਬ ਤੁਹਾਨੂੰ ਔਰਤਾਂ ਦੱਸੀ ਗੱਲ, ਮਰਦਾਂ ਦੀ ਗੱਲ ਨਹੀਂ। ਔਰਤਾਂ ਜਬਰ ਜਨਾਹ ਦੇ ਮਾਮਲੇ 'ਚ ਵੀ ਹੈਗੀਆਂ? ਨਹੀਂ, ਮੈਂ ਤੁਹਾਨੂੰ ਦੱਸਦਾ ਜਬਰ ਜਨਾਹ ਦੇ ਕੇਸ ਦੇ ਵਿੱਚ ਹੀ ਮਰਦ ਵੀ ਹੈਗੇ ਨੇ ਵਿੱਚ। ਹਾਂਜੀ, ਅੱਛਾ ਜੀ। ਇਹਦੇ ਚ ਮਰਦਾਂ ਦੀ ਜਿਹੜੀ ਔਰਤਾਂ ਜਿਹੜੀ ਜੇਲ੍ਹਾਂ 'ਚ ਬੰਦ ਨੇ ਉਹ 1 ਲੱਖ ਦੇ ਕਰੀਬ ਔਰਤਾਂ ਬੰਦ ਨੇ ਜੇਲ੍ਹਾਂ ਦੇ ਵਿੱਚ। ਮਰਦਾਂ ਬਾਰੇ ਫੈਸਲਾ ਕੀਤਾ ਉਹਨਾਂ ਕਿ 60 ਸਾਲ ਤੋਂ ਉੱਪਰ ਔਰਤਾਂ, 50 ਸਾਲ ਤੋਂ ਉੱਪਰ ਤੇ ਮਰਦ 60 ਸਾਲ ਤੋਂ ਉੱਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਜ਼ਮਾਨਤਾਂ ਦੇ ਦਿੱਤੀਆਂ ਜਾਣ ਜਾਂ ਉਹਨਾਂ ਦੀ ਕੋਈ ਥੋੜੀ ਸਜ਼ਾ ਰਹੀ ਹੈ ਉਹਨੂੰ ਛੱਡ ਦਿੱਤਾ ਜਾਵੇ। ਉਹਦੇ ਵਿੱਚ 23,000 ਦੇ ਕਰੀਬ ਜਿਹੜੇ ਸੀ ਉਹ ਆ ਗਏ ਨੇ ਕਿ ਇਹ ਬੰਦੇ ਛੱਡੇ ਜਾ ਸਕਦੇ। ਹੁਣ ਸੂਰਿਆਕਾਂਤ ਜਸਟਿਸ ਤੇ MS ਸੁੰਦਰੇਸ਼ ਇਹਨਾਂ ਜਿਹੜੀ ਕੱਲ ਸੁਣਵਾਈ ਕੀਤੀ ਹੈ, ਉਹਨਾਂ ਕਿਹਾ ਕਿ ਇਸ ਵੇਲੇ 2/3 ਮਤਲਬ 1/3 ਤੇ ਹੈਗੀ ਤੇ ਕੈਦੀ ਤੇ 2/3 ਬਕਾਇਦਾ ਤੌਰ ਤੇ ਹਵਾਲਾਤੀ ਤੇ ਬੰਦ ਹੋ ਗਏ, ਜਿਨ੍ਹਾਂ ਦੇ ਕੇਸ ਅੰਦਰ ਟਰਾਇਲ ਨੇ ਤੇ ਬਹੁਤ ਸਾਰੇ ਇਹੋ ਜਿਹੇ ਲਵਾਰਸ ਨੇ ਜਿਨ੍ਹਾਂ ਦੀ ਕੋਈ ਪੁੱਛ ਪੜਤਾਲ ਵੀ ਹੈਗੀ। ਇੰਨੀ ਸਜ਼ਾ ਕੱਟ ਚੁੱਕੇ ਆ ਵੀ ਜਿੰਨੀ ਉਹਨਾਂ ਨੂੰ ਕਿਤੇ ਜਿਹੜਾ ਉਹਨੂੰ ਕ੍ਰਾਈਮ ਕੀਤਾ ਉਹ ਤੇ ਉਨੀ ਉਮਰ ਉਨੀ ਸਜ਼ਾ ਹੀ ਨਹੀਂ ਹੁੰਦੀ। ਉਹਦੇ ਤੇ ਉਹਨਾਂ ਕਿਹਾ ਵੀ ਕਾਨੂੰਨ ਬਣਾਇਆ ਜਾਵੇ ਕਿ ਇਹੋ ਜਿਹਾ ਵੀ ਜਿਹੜੇ ਇਹੋ ਜਿਹੇ ਬੰਦੇ ਅੰਦਰ ਆਉਂਦੇ ਉਹਨਾਂ ਨੂੰ ਛੱਡਿਆ ਜਾਵੇ। ਦੂਸਰੀ ਚੀਜ਼ ਮੈਂ ਇਹ ਵੀ ਗੱਲ ਸਪਸ਼ਟ ਕਰ ਦਿਆਂ, ਇੱਕ ਆਮ ਤੌਰ ਤੇ ਕਹਿ ਦਿੰਦੇ ਵੀ 90 ਦਿਨ ਤੱਕ ਜੇ ਪੁਲਿਸ ਚਲਾਨ ਪੇਸ਼ ਨਾ ਕਰੇ ਤੇ ਬੰਦੇ ਦੀ ਜ਼ਮਾਨਤ ਹੋ ਜਾਵੇ। ਮੈਂ ਇਹਦੇ ਚ ਸਪਸ਼ਟ ਕਰ ਦਿਆਂ, ਜੇ 10 ਸਾਲ ਤੋਂ ਘੱਟ ਸਜ਼ਾ ਹੋਣ ਵਾਲੀਆਂ ਧਾਰਾਵਾਂ ਲੱਗੀਆਂ ਨੇ ਫਿਰ 90 ਦਿਨ ਵੇਟ ਕਰਨ ਦੀ ਲੋੜ ਨਹੀਂ, ਫਿਰ 60 ਦਿਨ ਬਾਅਦ ਬੇਲ ਹੋ ਸਕਦੀ। ਠੀਕ। ਜੇ 10 ਸਾਲ ਤੋਂ ਉੱਪਰ ਆ ਤੇ ਫਿਰ 90 ਦਿਨ ਦੀ ਬੇਲ ਜਿਹੜੀ ਆ ਉਹ ਤੁਸੀਂ ਲਾ ਸਕਦੇ ਹੋ ਆਪਣੀ 90 ਦਿਨ ਬਾਅਦ। ਇਹਦੇ ਵਿੱਚ ਸੂਰਿਆਕਾਂਤ ਹੋਰਾਂ ਨੇ ਸੁਝਾਅ ਦਿੱਤਾ ਕਿ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹੜੀਆਂ ਇਹ ਜਿਵੇਂ 7 ਸਾਲ ਦੀ ਸਜ਼ਾ ਵਾ ਜਾਂ 8 ਸਾਲ ਦੀ ਸਜ਼ਾ ਵਾ ਜਾਂ 5 ਸਾਲ ਦੀ ਸਜ਼ਾ ਵਾ, ਇਹਦੇ ਵਿੱਚ ਬੰਦੇ ਨੂੰ ਮੌਕੇ ਤੇ ਬੇਲ ਦਿੱਤੀ ਜਾਵੇ। ਭਾਈ ਤੂੰ ਆਪਣੇ ਘਰ ਚੱਲ ਜਾ, ਆਪਣਾ ਕਰੈਕਟਰ ਸਹੀ ਰੱਖ, ਜੇ ਤੇਰੀ ਕੋਈ ਦੁਬਾਰਾ ਸ਼ਿਕਾਇਤ ਆ ਗਈ ਤੇ ਸਖਤੀ ਦਾ ਪੇਸ਼ ਹੈ। ਹੁਣ ਉਹ ਕਹਿੰਦੇ ਵੀ ਇੰਨੀ ਵੱਡੀ ਗਿਣਤੀ ਜਿਹੜੀ ਜੇਲ੍ਹਾਂ 'ਚ ਹੈਗੀ ਉਹ ਸੰਭਾਲੀ ਕਿਵੇਂ ਜਾਵੇ? ਸਰਕਾਰ ਤੇ ਵੀ ਬੋਝ ਆ, ਉਹ ਬੰਦੇ ਵੀ ਅੰਦਰ ਵਿਹਲੇ ਬੈਠੇ ਆ। ਇਹਦੇ ਵਾਸਤੇ ਉਹਨਾਂ ਨੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਤੇ ਸਿਫਾਰਿਸ਼ ਕੀਤੀ ਤੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਹੈਗੀ ਸਜ਼ਾ ਆ 7 ਸਾਲ ਤੱਕ ਹੈਗੀ ਆ, ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਵੇ, ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਜਾਣ। ਕਿਉਂ ਜੇਲ੍ਹ 'ਚ ਰੱਖ ਕੇ ਬੈਠੇ ਪੁੱਛੀ ਹੋਣਾ, ਕਿਉਂ ਜੇਲ੍ਹਾਂ ਦੇ ਵਿੱਚ ਜਿਹੜਾ ਖਾਮਖਾਲੂੜ ਰਿਹਾ ਉਹ ਇਹ ਪਹਿਲਾਂ ਵੀ ਜੱਜ ਆਪਣੇ ਸਟੇਟਮੈਂਟ ਦਿੰਦੇ ਰਹੇ, ਲੇਕਿਨ ਸਰਕਾਰਾਂ ਘੱਟ ਹੀ ਗੌਰ ਫਰਮਾਉਂਦੀਆਂ, ਜਿਹੜੀ ਪੁਲਿਸ ਘੱਟ ਹੀ ਗੌਰ ਫਰਮਾਉਂਦੀ।
ਨਹੀਂ ਤਾਂ ਹੁਣ ਮਤਲਬ ਉਸਦੇ ਫਿਰ ਜਿਹੜੇ ਕੇਸ ਆ ਇਹਦਾ ਮਤਲਬ ਸੁਝਾਅ ਆ, ਕੋਈ ਹੁਕਮ ਨਹੀਂ ਨਾ, ਫੈਸਲਾ ਨਹੀਂ ਨਾ, ਸੁਝਾਅ ਮੰਨਣਾ ਨਾ ਹੁਕਮ ਨਹੀਂ, ਮੰਨਣਾ। ਹੁਕਮ ਇਹ ਤੇ ਕਰ ਨਹੀਂ ਸਕਦੀ, ਨਹੀਂ ਕਾਨੂੰਨ ਹੈ ਨਾ ਜੀ। ਹਾਂ ਹੁਣ ਵੇਖੋ ਨਾ ਵੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਤਾ ਤੇ ਕਮੇਟੀ ਇਹਦੇ ਚੁਣਨੀ ਹੈ, ਮਾਂ ਜੰਮੀ ਨਾ ਪੁੱਤ ਬਨੇਰੇ ਤੇ ਬਿਲਕੁਲ ਬਿਲਕੁਲ ਤੇ ਆ ਸਲਾਹਕਾਰ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਇਹਦੀ ਮੰਨਣੀ ਪੈਣੀ ਆ, ਕਿਉਂਕਿ ਸੁਪਰ ਸੀਐਮ ਆ। ਬਿਲਕੁਲ ਮੈਂ ਨਹੀਂ ਕਹਿ ਰਿਹਾ, ਸਾਰੇ ਕਹਿ ਰਹੇ ਨੇ। ਬਿਲਕੁਲ ਹੁਣ ਹੁਕਮ ਆ, ਇਹ ਹੁਕਮ ਹੋਣਾ ਆ। ਵੇਖੋ ਜੀ ਆ ਫਾਈਲ ਤਿਆਰ ਹੋ ਗਈ ਆ, ਕਰੋ ਘੁੱਗੀ ਮਾਰੋ। ਇਹ ਜਿਹੜੇ ਕਹਿੰਦੇ ਆ ਨਾ ਕਿ ਕੰਮ ਕਰ ਲੈਣ ਦਿਓ, ਅਸੀਂ ਕਿਹੜਾ ਨਾ ਕੋਈ ਪਿੰਨ ਖੋਲਿਆ। ਮੈਂ ਤੇ ਕਹਿਣਾ ਹੁਣ 70 ਸਾਲ ਦਾ ਤੁਸੀਂ ਹੁਣ ਦੇਖਿਓ ਅਗਲਿਆਂ ਨੇ ਇੱਥੇ ਤਾਂ ਤੁਸੀਂ ਇਹਨਾਂ ਨੂੰ ਤੇ ਮਤਲਬ ਜਿਹੜਾ ਤੁਸੀਂ ਹੁਣ ਮੌਕਾ ਦਿੱਤਾ ਪੰਜਾਬੀਆਂ ਨੇ, ਬਹੁਤ ਵਧੀਆ ਦਿੱਤਾ, ਬਦਲਾਅ ਦਿੱਤਾ। ਚਲੋ ਬਦਲਾਅ ਵੇਖਣਾ ਵੀ ਚਾਹੀਦਾ ਹੈ। ਉੱਥੇ ਹੁਣ ਸੁਪਰੀਮ ਕੋਰਟ ਦੇ ਤੁਸੀਂ ਫੈਸਲੇ ਦੀ ਗੱਲ ਕਰਦੇ, ਫੈਸਲਾ ਨਹੀਂ ਆ, ਉਹਨੇ ਸੁਝਾਅ ਦਿੱਤਾ ਹਨਾ ਜੀ ਜੀ। ਤੇ ਸੁਝਾਅ ਕੌਣ ਦਿੰਦਾ? ਕਮੇਟੀ, ਸਲਾਹਕਾਰ ਕਮੇਟੀ ਦੇ ਤੌਰ ਤੇ ਵੀ ਸੁਝਾਅ ਵੀ ਇਹਨਾਂ ਬੰਦਿਆਂ ਨੂੰ ਚਲੋ ਛੱਡੋ, ਕੋਈ ਨਹੀਂ, ਇਹਨਾਂ ਨੂੰ ਦਿਓ ਪੰਿਸ਼ਮੈਂਟ ਹੋ ਗਈ ਹੈ ਨਾ, ਜਿਹੜੇ ਇਦਾਂ ਦੀ ਕੈਟਾਗਰੀ ਚ ਆਉਂਦੇ ਨੇ। ਚਾਵਲਾ ਸਾਹਿਬ, ਜਦੋਂ ਸੁਪਰੀਮ ਕੋਰਟ ਕੋਈ ਇਹੋ ਜਿਹਾ ਸੁਝਾਅ ਦਿੰਦੀ ਹੈ ਨਾ, ਥੱਲੇ ਵਾਲੀਆਂ ਕੋਰਟਾਂ ਆਟੋਮੈਟਿਕ ਲੀਨੀਅਟ ਹੋ ਜਾਂਦੀ, ਅੱਛਾ, ਉਹ ਫਿਰ ਬਿੱਲ ਦੇ ਦਿੰਦੀ ਹੈ ਆਪਣੇ ਲੈਵਲ ਤੇ, ਦੇ ਸਕਦੀ ਹੈ ਬਿੱਲ, ਉਹਨਾਂ ਕੋਲ ਪਾਵਰ ਹੈਗੀ ਹੈ ਬਿੱਲ ਦੇ। ਠੀਕ। ਹੁਣ ਆਪਾਂ ਅੱਗੇ ਵੀ ਗੱਲ ਕੀਤੀ ਜੀ, 15 ਅਗਸਤ ਨੂੰ ਉਮੀਦ ਆ ਕਿ ਸਿੱਧੂ ਸਾਹਿਬ ਦੀ ਇੱਥੇ ਇਸ ਤੇ ਰਿਹਾਈ ਹੋਈ, ਫਿਰ ਤੁਹਾਨੂੰ ਜਿਹੜੀ 1 ਸਾਲ ਦੀ ਸਜ਼ਾ ਹੋਈ ਹੈ, 8 ਮਹੀਨੇ ਤੁਸੀਂ ਕੱਟਣੀ ਹੈ, 4 ਮਹੀਨੇ ਤੁਸੀਂ ਕੱਟ ਲਈ ਹੈ, ਕਿ ਉਹਨੇ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ। ਤੇ ਨਾਲ ਮੈਂ ਸਿੱਧੂ ਸਾਹਿਬ ਦੇ ਸਾਥੀ ਦੀ ਵੀ ਗੱਲ ਕਰ ਲਈਏ, ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਦਾ ਕੀ ਬਣਿਆ? ਬਿਕਰਮਜੀਤ ਸਿੰਘ ਮਜੀਠੀਆ ਨੇ ਮੁਸ਼ਕਲਾਂ ਵੱਧ ਰਹੀਆਂ ਨੇ ਦਿਨ ਪ੍ਰਤੀ, ਕਿਉਂਕਿ ਅਮਰਪਾਲ ਸਿੰਘ ਗੋਨੀ ਜਿਹੜੇ ਅਕਾਲੀ ਦਲ ਦੇ MLA ਰਹੇ ਨੇ, ਪਾਰਲੀਮੈਂਟ ਸਕੱਤਰ ਵੀ ਰਹੇ, ਉਹਨਾਂ ਨੂੰ ਗਨਮੈਨ ਵੀ ਮਿਲ ਗਏ ਆ। ਉਹਨਾਂ ਨੂੰ 8 ਗਨਮੈਨ ਦੇ ਦਿੱਤੇ ਹਾਈ ਕੋਰਟ ਨੇ, ਜਿਹਦੇ ਉਹਨੇ ਕਿਹਾ ਜੀ ਮੈਂ ਬਿਕਰਮ ਸਿੰਘ ਮਜੀਠੀਆ ਤੇ ਪਿੰਡੀ ਤੇ ਇਹਦੇ ਸਾਥੀਆਂ ਦੇ ਖਿਲਾਫ ਬਕਾਇਦਾ ਤੌਰ ਤੇ ਐਫੀਡੇਵਿਟ ਦੇ ਗਵਾਹੀ ਦੇ ਕੇ ਗਿਆ ਵੀ ਇਹਨਾਂ ਨੇ ਇੱਥੇ ਨਸ਼ਿਆਂ ਦੇ ਵਪਾਰ ਨੂੰ ਬੜਾਵਾ ਦਿੱਤਾ। ਤੇ ਮੈਨੂੰ ਵਿਦੇਸ਼ਾਂ ਤੋਂ ਜਿਹੜੇ ਫੋਨ ਆ ਰਹੇ, ਮੈਨੂੰ ਇਹਨਾਂ ਲੋਕਾਂ ਤੋਂ ਸਮੇਤ ਬਿਕਰਮ ਮਜੀਠੀਆ ਖਤਰਾ ਵਾ, ਇਹਨਾਂ ਦੀ ਗੈਂਗਸਟਰ ਨਾਲ ਲਿੰਕ ਨੇ, ਇਹ ਮੇਰਾ ਨੁਕਸਾਨ ਕਰ। ਹਾਈ ਕੋਰਟ ਨੇ ਬਕਾਇਦਾ ਤੌਰ ਤੇ ਉਹਦਾ ਸੰਗੀਨ ਲੈਂਦਿਆ ਹੋਇਆ ਉਹਨਾਂ ਨੇ ਕਹਿ ਦਿੱਤਾ ਨਹੀਂ ਕਿ ਤੁਹਾਨੂੰ 8 ਦਿਨ ਦਿੱਤੇ ਜਾਂਦੇ ਆ। ਜਦੋਂ ਉੱਥੇ ਸੁਣਵਾਈ ਹੋ ਰਹੀ ਸੀ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਕੋਰਟ 'ਚ ਭੱਜੇ ਗਏ, ਉਹ ਕਹਿੰਦੇ ਜੀ ਤੁਸੀਂ ਇਹਨੂੰ ਦੇ ਦਿਓ, ਬਚਕ ਦੇ ਦਿਓ, ਪਰ ਇਹਨੂੰ ਬਿਕਰਮ ਸਿੰਘ ਮਜੀਠੀਆ ਨਾਲ ਨਾ ਜੋੜੋ, ਬਿਕਰਮ ਸਿੰਘ ਮਜੀਠੀਆ 'ਚ ਕੋਈ ਰੋਲ ਨਹੀਂ ਹੈਗਾ। ਉਹ ਕਹਿੰਦੇ ਗੱਲ ਸੁਣੋ, ਇਸ ਪਟੀਸ਼ਨ ਤੇ ਹੁਣ ਫੈਸਲਾ ਹੋ ਚੁੱਕਾ, ਕੇਸ ਪਾਈ ਜਾ ਚੁੱਕੀ, ਹੁਣ ਤੇ ਕੁਛ ਨਹੀਂ ਸਰ, ਜੇ ਤੁਸੀਂ ਆਪਣੀ ਕੋਈ ਗੱਲ ਕਰਨੀ ਤਾਂ ਨਵੀਂ ਪਟੀਸ਼ਨ। ਠੀਕ। ਇਹਦੇ ਵਿੱਚ ਉਹਨਾਂ ਦੀ ਮੁਸ਼ਕਲਾਂ ਵੱਧ ਗਈਆਂ ਜਦੋਂ ਉਹਨਾਂ ਦਾ ਆਪਣਾ ਬੰਦਾ ਕਹਿੰਦਾ ਮੇਰੇ ਸਾਹਮਣੇ ਇਹ ਕੰਮ ਕਰਦੇ ਰਹੇ ਨੇ, ਮੈਂ ਰੋਕਦਾ ਰਿਹਾ ਮੈਂ ਤੁਸੀਂ ਕੰਮ ਨਾ ਕਰੋ, ਇਹਨਾਂ ਨੇ ਕੀਤਾ, ਇਹ ਡਰੱਗ ਦਾ ਵਪਾਰ ਕਰਦੇ ਨੇ, ਤੇ ਕੋਈ ਸ਼ੱਕ ਵਾਲੀ ਵੀ ਗੱਲ ਨਹੀਂ ਹੈ ਕੀਤਾ। ਬਿਕਰਮ ਮਜੀਠੀਆ ਇਸ ਆਪਣੀ ਜਿਹੜੀ ਨਾ ਇਸ ਤੋਂ ਭੱਜ ਨਹੀਂ ਸਕਦਾ ਕਿਸੇ ਵੀ ਸੂਰਤ ਦੇ ਵਿੱਚ, ਕਿਉਂ? ਸਭ ਸਪਸ਼ਟ ਕੰਨ ਤੇ ਲਿਖਿਆ ਸੱਚ। ਅੱਜ ਉਹ ਪਿੰਦੀ ਹੋਰੀ ਬਾਹਰੋਂ ਆ ਜਾਣ, ਸਾਰੇ ਬੋਲਣਗੇ ਪਟਾਕੇ ਨੂੰ, ਹਾਂ ਜੀ ਠੀਕ ਵੀ ਕੀਤਾ ਸੀ, ਮੁੱਕਰਦੇ ਕਿਉਂ ਤੁਸੀਂ? ਪਰ ਮੈਂ ਸੋਚਦਾ ਜੀ ਜਿੰਨਾ ਇਹ ਬੰਦਾ ਅਗਰੈਸਿਵ ਸੀਗਾ, ਜਿੰਨਾ ਮਿਹਨਤੀ ਸੀਗਾ, ਜਿੰਨਾ ਇਹਦਾ ਨੌਜਵਾਨਾਂ ਦਾ ਪ੍ਰਭਾਵ ਸੀਗਾ, ਜੇ ਕਿਤੇ ਇਹੋ ਜਿਹੇ ਕੰਮ ਨਾ ਕਰਦਾ ਤੇ ਇਹ ਆਪਣਾ ਅਕਾਲੀ ਦਲ ਤੇ ਵੱਖਰਾ ਹੀ ਦਰਜਾ ਸੀ ਉਹ ਸਥਾਨ ਲਗਾ। ਬਿਲਕੁਲ। ਮੈਂ ਵੇਖੋ ਮੈਨੂੰ ਜਦੋਂ ਮੈਂ ਪਹਿਲੇ ਵਾਰੀ ਆ ਕੇ ਇੱਥੇ ਅੰਮ੍ਰਿਤਸਰ ਦੋ ਪੱਟੀ ਸਾਹਿਬ, ਤੁਸੀਂ ਮੇਰੇ ਨਾਲ ਆਪਾਂ ਪ੍ਰੋਗਰਾਮ ਨਹੀਂ ਸੀ ਕਰਦੇ, ਤੇ ਸਮੇਂ ਦਰ ਸਮੇਂ ਮੈਂ ਜਦੋਂ ਅੰਮ੍ਰਿਤਸਰ ਜਾਂਦਾ ਸੀ, ਮੈਂ ਇੱਕ ਵਾਰੀ ਮੇਰੇ ਕਜ਼ਨ ਰਹਿੰਦੇ ਨੇ, ਤੁਸੀਂ ਜਾਣਦੇ ਹੋ, ਮਜੀਠਾ ਰੋਡ ਤੇ ਕਾਫਲਾ ਲੰਘ ਰਿਹਾ ਸੀ, ਮਤਲਬ ਪੁਰਾਣਾ, ਉਹਦਾ ਸੜਕ ਬੜੀ ਟੁੱਟੀ ਸੀ, ਮਜੀਠਾ ਰੋਡ ਟੁੱਟੀ ਵੀ ਸੀ, ਤੇ ਕਹਿ ਲਓ ਕਿ ਤੁਸੀਂ ਕਹਿ ਲਓ ਕਿ ਰਾਹ ਦੇ ਵਿੱਚ ਭਾਵੇਂ 10 ਵਾਰੀ ਲੰਗਰ ਲੱਗਾ ਹੋਵੇ ਤੇ ਤੁਸੀਂ ਫਿਰ ਵੀ ਛਕ ਲੋਗੇ ਹਨਾ। ਮਤਲਬ ਇਹਦੀ ਗੱਡੀਆਂ ਕੂੰ ਕਰਦੀਆਂ ਜਾ ਰਹੀਆਂ। ਤੇ ਇਹ NRI ਸੰਮੇਲਨ ਜਿਹੜਾ ਹੋਇਆ ਸੀਗਾ ਉਸ ਸੈਗਮੈਂਟ ਤੋਂ ਬਾਅਦ ਦੀ ਗੱਲ ਹੈ, ਆਈ ਥਿੰਕ ਜੇ ਮੈਂ ਕਹਾਂ 2006-07 ਦੀ ਹੈ, ਤੇ ਨੋ ਪ੍ਰੋਬਲਮ ਉਹ ਠੀਕ ਦੀ ਹੈਗੀ ਹੈ। ਤੇ ਇਹ ਮਤਲਬ ਮੈਂ ਕਿਸੇ ਨੂੰ ਪੁੱਛਿਆ ਮੈਂ ਕੌਣ ਜਾ ਰਿਹਾ, ਕਹਿੰਦੇ ਜੀ ਬਿਕਰਮਜੀਤ ਸਿੰਘ ਮਜੀਠੀਆ, ਕੋਈ ਸਾਈਕਲ ਵਾਲਾ, ਕੋਈ ਮੋਟਰਸਾਈਕਲ ਵਾਲਾ, ਕੋਈ ਟਰੈਕਟਰ, ਮਤਲਬ ਸੁਖਬੀਰ ਨਾਲ ਲੰਬਾ ਕਾਫਲਾ ਹੈ। ਮੈਂ ਉਹੀ ਗੱਲ ਬੋਲਾਂਗਾ ਜਿਹੜੀ ਮੈਨੂੰ ਯਾਦ ਆ ਤੇ ਮੈਂ ਬੋਲੀ ਆ। ਮੈਂ ਕਿਹਾ ਯਾਰ ਸਾਰੇ ਜਾ ਰਹੇ, ਕਹਿੰਦੇ ਜੇ ਪਤਾ ਨਹੀਂ ਇਹਦਾ ਇੱਕ ਕੰਮ ਆ ਕਿ ਦੁਸ਼ਮਣ ਦੇ ਘਰ ਵੀ ਜਾ ਕੇ ਬਹਿ ਜਾਂਦਾ।
ਮੈਂ ਜਾਂਦਾ ਨਹੀਂ, ਸਹੀ ਗੱਲ ਸਹੀ। ਵੀ ਜੇ ਕਿਸੇ ਨੂੰ ਬਜ਼ੁਰਗ ਨੂੰ ਕਿਸੇ ਦਾ ਦੁਸ਼ਮਣ ਦਾ ਵਿਰੋਧੀ ਪਾਰਟੀ ਦਾ ਬਜ਼ੁਰਗ ਵੀ ਚੜਾਈ ਕੀਤਾ ਜਾਂ ਉਹਦੇ ਘਰ ਸੋਗ ਵਾ ਜਾਂ ਉਹਦੇ ਘਰੇ ਕੋਈ ਇਹੋ ਜਿਹਾ ਇਹ ਚਲੇ ਜਾਂਦਾ, ਤੇ ਜਦੋਂ ਤੁਸੀਂ ਕਿਸੇ ਦੇ ਘਰੇ ਸੋਗ ਤੇ ਚਲ ਜਾਓ ਨਾ ਆਪੋਜੀਸ਼ਨ ਵਾਲੇ ਮਤਲਬ ਉਹ ਅਗਲਾ ਅੱਧਾ ਉਦਾਂ ਹੀ ਤੁਹਾਡਾ ਹੋ ਜਾਂਦਾ। ਬਿਲਕੁਲ ਬਿਲਕੁਲ। ਤੇ ਰਾਜਨੀਤੀ ਦੇ ਵਿੱਚ ਇਹ ਕੰਮ ਚੱਲਦਾ ਹੈ। ਤੇ ਪਲੱਸ ਇਹਨੇ ਉਸ ਵਕਤ ਆਪਣੇ ਜਿਹੜੇ ਪੰਚਾਂ ਸਰਪੰਚਾਂ ਨੂੰ ਜੋ ਫੰਡਿੰਗ ਦਿੱਤੀ ਹੈ ਕੰਪਿਊਟਰਾਈਜ਼, ਵੀ ਮੈਂ ਤੁਹਾਨੂੰ ਦਿੱਤੇ ਆ, ਮੈਨੂੰ ਰਿਪੋਰਟ ਚਾਹੀਦੀ ਆ। ਕੱਲ ਨੂੰ ਜੇ ਮੈਨੂੰ ਇਹ ਨਾ ਹੋਣਾ ਚਾਹੀਦਾ ਕਿ ਮੈਂ ਫੰਡਿੰਗ ਦਿੱਤੀ ਹੈ, ਕਿੱਥੇ ਖਰਚੀ ਨਹੀਂ ਕਿੱਥੇ ਖਰਚੀ, ਉਹ ਬੋਲਦਾ ਵੀ ਆ ਕੰਮ। ਬਾਕੀ ਜਿਹੜਾ ਹੁਣ ਆਹ ਤੁਸੀਂ ਕਿਹਾ ਕਿ ਜੇ ਇੱਧਰਲੇ ਪਾਸੇ ਹੁਣ ਕੀ ਗਏ ਆ ਜਾਂ ਨਹੀਂ ਗਏ ਉਹ ਆਪਾਂ ਕੀ ਕਹਿ ਸਕਦੇ ਹਾਂ, ਪਰ ਆਪਾਂ ਚੱਲਦੇ ਹੁਣ ਦਿੱਲੀ। ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਦੇ ਹੱਕ ਵਿੱਚ 22 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਇੱਕ ਇਕੱਠ ਕਰਨ ਲੱਗੇ ਨੇ ਵੱਡਾ। ਆਗਿਆ ਮਿਲ ਜੇਗੀ? ਦੇਖੋ ਆਗਿਆ ਮਿਲੇ ਨਾ ਮਿਲੇ ਇਹ ਜਾਣਗੇ। ਉਹਨਾਂ ਨੇ ਜੰਤਰ ਮੰਤਰ ਰੋਡ ਤੇ ਆਪ ਹੀ ਦਿੱਤਾ ਵੀ ਤੁਸੀਂ ਇੱਥੇ ਆ ਕੇ ਆਪਣਾ ਕੋਈ ਵੀ ਪਾਰਟੀ ਆਪਣਾ ਜਿਹੜਾ ਉਹ ਇਕੱਠ ਕਰ ਸਕਦੇ ਹੋ। ਹੁਣ ਇਹਦੇ ਵਿੱਚ ਜਿਹੜੇ ਬਕਾਇਦਾ ਤੌਰ ਤੇ ਜਿਹੜੀ ਤੁਸੀਂ ਤਸਵੀਰ ਵਿਖਾਈ ਆ, ਇਹਨਾਂ ਦੇ ਵਿੱਚੋਂ ਇੱਕ ਹਰੀ ਪੱਗ ਵਾਲਾ ਬਲਾਸਟ ਵਾਲਾ ਬੰਦਾ ਛੱਡ ਕੇ ਬਾਕੀ ਸਾਰੇ ਡਿਫੰਕ ਹੋਏ ਹੋਏ। ਇਹ ਇਲੈਕਸ਼ਨ ਦੇ ਸਪੋਰਟਰ ਸਨ। ਅੱਛਾ। ਉਹਨਾਂ ਨੇ 4 ਬੰਦੇ ਜਿਹੜੇ ਬਕਾਇਦਾ ਤੌਰ ਤੇ, ਇੱਕ ਹਰਮੀਤ ਸਿੰਘ ਸਾਡੀ, ਇੱਕ ਬਲਬੀਰ ਸਿੰਘ ਰਾਜੇਵਾ, ਇੱਕ ਬੂਟਾ ਸਿੰਘ ਗੁੱਜਗਿੱਲ ਤੇ ਇੱਕ ਹੋਰ 4 ਬੰਦੇ ਉਹਨਾਂ ਨੇ ਇਹਦੇ ਚ ਛਾਟੀ ਕਰਤੇ। ਭਾਈ ਤੁਸੀਂ ਇਲੈਕਸ਼ਨ ਲੜਨ ਵਾਲੇ, ਤੁਹਾਡਾ ਸਾਡੇ ਨਾਲ ਕੋਈ ਸੰਬੰਧ ਨਹੀਂ। ਸਤਿ ਸ੍ਰੀ ਅਕਾਲ ਤੁਹਾਡੀ। ਹੁਣ ਇਹ ਗਰੁੱਪ 3-4 ਗਰੁੱਪ ਬਣ ਗਏ। ਉਗਰਾਹਾਂ ਗਰੁੱਪ ਤੇ ਪਹਿਲਾਂ ਇਹਨਾਂ ਦਾ ਲਾ ਕੇ ਨਹੀਂ ਖੰਦਾ ਨਾਲ ਤੁਰਦਾ ਜ਼ਰੂਰ। ਕਿਸਾਨ ਸੰਘਰਸ਼ ਕਮੇਟੀ ਜਿਹੜੀ ਉਹਨਾਂ ਦੀਆਂ ਮੀਟਿੰਗਾਂ 'ਚ ਭਾਗ ਨਹੀਂ ਦਿੰਦੀ, ਲੇਕਿਨ ਇਹਨਾਂ ਦੇ ਫੈਸਲੇ ਦੇ ਪਹਿਰਾ ਦਿੰਦੀ। ਇੱਕ ਗਰੁੱਪ ਤੇ 2 ਉਹ ਹੋ ਗਏ, ਤੇ ਤੀਜਾ ਜਿਹੜਾ ਸੰਯੁਕਤ ਕਿਸਾਨ ਮੋਰਚਾ, ਤੇ ਚੌਥਾ ਗਰੁੱਪ ਹੁਣ ਬਲਬੀਰ ਸਿੰਘ ਰਾਜੇਵਾਲ ਦਾ। ਬਲਬੀਰ ਸਿੰਘ ਰਾਜੇਵਾਲ ਨੂੰ ਜਿਹੜਾ ਮੁੱਖ ਮੰਤਰੀ ਨਹੀਂ ਬਣ ਦਿੱਤਾ ਕੇਜਰੀਵਾਲ ਨੇ, ਹੁਣ ਉਹ ਤੇ ਦਿੱਲੀ ਜਾ ਰਹੇ ਆ ਕਿ ਰਾਜੇਵਾਲ ਸਾਨੂੰ 31 ਤਰੀਕ ਨੂੰ ਚੰਡੀਗੜ੍ਹ ਜਾ ਕੇ ਧਰਨਾ ਲਾ ਰਹੇ ਸਰਕਾਰ ਦੇ ਖਿਲਾਫ, ਦੀ ਨਕਮੀ ਸਰਕਾਰ। ਉਹ ਦਿੱਲੀ ਜਾ ਕੇ ਮੱਥਾ ਲਾਉਣ ਲੱਗੇ ਨੇ। ਕੱਲ ਪੁੱਛਿਆ ਸੀ ਡੱਲੇਵਾਲ ਸਾਹਿਬ ਨੂੰ ਵੀ ਕੀ ਤੁਸੀਂ ਪਰਮਿਸ਼ਨ ਲੈ ਲਈ? ਕਹਿੰਦੇ ਜੀ ਅਸੀਂ ਆਪਣੀ ਵੀ ਤਿਆਰੀ ਕਰ ਰਹੇ ਹਾਂ, ਪਰਮਿਸ਼ਨ ਦੀ ਅਸੀਂ ਅਪਲਾਈ ਕਰਾਂਗੇ, ਸਾਨੂੰ ਪਰਮਿਸ਼ਨ ਮਿਲੇ ਨਾ ਮਿਲੇ ਅਸੀਂ ਦੇਸ਼ ਦੇ ਵਾਸੀ ਆ, ਆਪਣੇ ਦੇਸ਼ ਚ ਘੁੰਮਣ ਦੀ ਕਿਉਂ ਜਾਂਦੀ ਹੈਗੀ, ਕਿਵੇਂ ਰੋਕਣਗੇ ਸਾਨੂੰ? ਰੋਕਣਗੇ ਕੋਈ ਨਹੀਂ, ਜੇਲਾ ਭਰਨੀ ਤਿਆਰ ਹੈ, ਅਸੀਂ ਤਿਆਰ ਬਰ ਤੇ ਰੋਕ ਤਿਆਰ ਹੋ ਜਾਵਾਂਗੇ। ਲੇਕਿਨ ਮੈਨੂੰ ਪਤਾ ਲੱਗਦਾ ਵੀ ਜਿਸ ਤਰੀਕੇ ਨਾਲ ਇਹ ਵੰਡੇ ਗਏ ਨੇ, ਉਸ ਤਰੀਕੇ ਨਾਲ ਸ਼ਾਇਦ ਅੱਗੇ ਵਾਲੀ ਕਾਮਯਾਬੀ ਇਹਨਾਂ ਨੂੰ ਹਾਸਲ ਨਾ ਹੋਵੇ, ਕਿਉਂਕਿ ਵੰਡੇ ਜਾਣ ਦੀ ਸਰਕਾਰ ਦੀ ਪਾਲਿਸੀ ਗਈ ਸੀ। ਇਹਨਾਂ 4 ਬੰਦਿਆਂ ਨੂੰ ਕੱਢਿਆ ਕਿਉਂ ਗਿਆ? ਇਹਨਾਂ ਨੇ ਇੱਕ ਲੈਟਰ ਲਿਖੀ ਸੀ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨੂੰ ਤੇ ਨਾਲ ਖੇਤੀਬਾੜੀ ਮੰਤਰੀ। ਉਸ ਲੈਟਰ ਦੇ ਵਿੱਚ ਇਹਨਾਂ ਲਿਖਿਆ ਸੀਗਾ ਵੀ ਇੱਕ ਕਾਨੂੰਨ ਰੱਦ ਕਰ ਦਿੱਤਾ ਜਾਵੇ, ਇੱਕ ਕਾਨੂੰਨ ਜਿਹੜਾ ਵਾ ਉਹ ਸਟੇਟ ਤੇ ਛੱਡ ਦਿੱਤਾ ਜਾਵੇ, ਤੇ ਇੱਕ ਕਾਨੂੰਨ ਦਿੱਤਾ ਜਾਵੇ। ਇਹ 4 ਮੈਂ ਗੱਲਾਂ ਲਿਖੀਆਂ ਸੀ। ਉਹ ਜਿਹੜੀ ਚਿੱਠੀ ਲਿਖੀ ਸੀ ਇਹਨਾਂ ਨੇ ਬਕਾਇਦਾ ਤੌਰ ਤੇ, ਹਾਂ, ਇੱਕ ਕੁਲਵੰਤ ਸਿੰਘ ਸੰਧੂ ਜਿਨ੍ਹਾਂ ਨੇ ਇਹ ਜਿਹੜੇ 4 ਬੰਦੇ ਸੀ, ਇਹਨਾਂ ਚਿੱਠੀ ਲਿਖੀ ਨੇ, ਦਸਖਤ ਉਹਨਾਂ ਦੇ ਹੈਗੇ। ਉਹਨਾਂ ਕਿਹਾ ਸੀ ਵੀ ਤੁਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਹਨੇਰੇ 'ਚ ਰੱਖ ਕੇ ਇਹ ਚਿੱਠੀ ਕਿਵੇਂ ਤੇ ਕਿਉਂ ਲਿਖੀ? ਇਹਦਾ ਜਵਾਬ ਦੱਸੋ। ਜਦੋਂ 42 ਜਥੇਬੰਦੀਆਂ ਇਕੱਠੀਆਂ ਚੱਲਦੀਆਂ, ਵੀ ਤੁਹਾਨੂੰ ਕਿਹਨੇ ਅਧਿਕਾਰ ਦੇ ਦਿੱਤਾ ਵੀ ਤੁਸੀਂ ਸਰਕਾਰ ਨੂੰ ਚਿੱਠੀ ਲਿਖ ਦਿਓ ਤੇ ਇੱਕ ਕਾਨੂੰਨ ਰੱਦ ਕਰ ਦਿਓ ਤੇ ਇੱਕ ਜਿਹੜਾ ਰਹਿਣ ਦਿਓ ਤੇ ਇੱਕ ਜਿਹੜਾ ਸਟੇਜ ਤੇ ਛੱਡ ਦਿਓ? ਕਿਹਨੇ ਅਧਿਕਾਰ ਦਿੱਤਾ? ਅਸੀਂ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਹਾਂ। ਇੱਕ ਇਹ ਵੀ ਫੈਕਟਰ ਹੈਗਾ ਇਹਨਾਂ ਦੇ ਖਿਲਾਫ ਵੀ ਤੁਸੀਂ ਚਿੱਠੀ ਲਿਖੀ ਹੈ, ਇਹਦੀ ਤੁਹਾਨੂੰ ਸਜ਼ਾ ਇਹੀ ਹੈ ਵੀ ਤੁਸੀਂ ਹੁਣ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਰਹੋਗੇ, ਤੁਸੀਂ ਸੰਯੁਕਤ ਮੋਰਚੇ ਆਓਗੇ। ਅੱਛਾ, ਇਸੇ ਤਰ੍ਹਾਂ ਦਾ ਇੱਕ ਇਨਸਾਫ ਮੋਰਚਾ ਹੋ ਰਿਹਾ ਬਹਿਬਲ ਕਲਾਂ ਵਿੱਚ। ਇਨਸਾਫ ਮੋਰਚੇ ਵਿੱਚ ਪੁੱਜੀ ਸਰਕਾਰੀ ਟੀਮ ਦਾ ਪਤਾ ਲੱਗਾ ਕਿ 15 ਦਿਨ ਦਾ ਸਮਾਂ ਹੋਰ ਮੰਗਿਆ ਹੈ। 24 ਜੁਲਾਈ ਨੂੰ ਵੱਡਾ ਇਕੱਠ। ਤੇ 2-3 ਗੱਲਾਂ ਇਹਦਾ ਜੁੜਦੀਆਂ। ਪਹਿਲੀ ਗੱਲ ਤੇ ਇਹ ਜੁੜਦੀ ਆ, ਉੱਥੇ ਜਿਹੜਾ ਸੁਖਰਾਜ ਸਿੰਘ ਆ, ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ, ਜਿਹੜੇ ਸ਼ਹੀਦ ਹੋ ਗਏ ਸੀਗੇ, ਉਹਨਾਂ ਦਾ ਬੇਟਾ ਪਿਛਲੇ ਮਤਲਬ 210 ਦਿਨ ਤੋਂ ਬੈਠਾ ਵਾ ਧਰਨਾ ਲਾ ਕੇ ਉੱਥੇ ਵੀ ਸਾਨੂੰ ਇਨਸਾਫ ਚਾਹੀਦਾ। ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ, ਇਹਨਾਂ ਦੇ ਉੱਤੇ ਡਿਪਟੀ ਐਡਵੋਕੇਟ ਜਨਰਲ ਗਿਆ ਤੇ ਇਹਨਾਂ ਨੇ ਕਿਹਾ ਸਾਨੂੰ ਸਮਾਂ ਦਿਓ, ਤੁਸੀਂ ਆ ਟ੍ਰੈਫਿਕ ਨਾ ਰੋਕੋ ਤੁਸੀਂ। ਉਹਨਾਂ ਕਿਹਾ ਚਲੋ ਠੀਕ, ਅਸੀਂ ਟ੍ਰੈਫਿਕ ਨਹੀਂ ਰੋਕਦੇ, ਨਹੀਂ ਤੇ ਜੀਟੀ ਰੋਡ ਤੇ ਬੈਠ ਕੇ ਧਰਨਾ ਲਾ ਕੇ।
ਉਹਨਾਂ ਦੇ ਕਹਿਣ ਤੇ ਇਹਨਾਂ ਨੇ ਫਿਰ ਸਾਈਡ ਤੇ ਧਰਨਾ ਕਰ ਲਿਆ। ਧਰਨਾ ਜਾਰੀ ਹੈ, ਅੱਜ ਵੀ ਜਾਰੀ ਹੈ। ਸਾਈਡ ਤੇ ਕਰ ਲਿਆ ਤੇ ਸਰਕਾਰ ਨੇ ਕਿਹਾ ਜੀ ਸਾਨੂੰ 3 ਮਹੀਨੇ ਦਾ ਸਮਾਂ ਦਿਓ ਤੇ ਹਰ ਮਹੀਨੇ ਦੀ 10 ਤਰੀਕ ਨੂੰ ਆ ਕੇ ਤੁਹਾਨੂੰ ਅਸੀਂ ਰਿਪੋਰਟ ਸਬਮਿਟ ਕਰਾਂਗੇ ਹੁਣ ਤੱਕ ਕੀ ਕੀਤਾ ਸੀ ਕੀ ਨਹੀਂ। 2 ਵਾਰੀ 3 ਵਾਰੀ ਜਿਹੜੀ ਸਰਕਾਰ ਆਪਣੀ ਰਿਪੋਰਟ ਸਬਮਿਟ ਕਰ ਚੁੱਕੀ ਹੈ। ਉਹ ਦੱਸ ਚੁੱਕੀ ਹੈ ਕਿ ਜਿਹੜੀਆਂ ਇਹਨਾਂ ਨੇ ਰਿਟਾਂ ਫਿੱਟਾਂ ਕੀਤੀਆਂ ਸੀ ਵਿਰੋਧੀਆਂ ਨੇ ਉਹ ਅਸੀਂ ਕੈਂਸਲ ਕਰ ਦਿੱਤੀ। 10 ਤਰੀਕ ਨੂੰ ਆਏ ਫਿਰ ਜਿਹੜੇ ਸੰਤੋਖ ਖਿੰਦਰ ਸਿੰਘ ਜਿਹੜੇ ਐਡਵੋਕੇਟ ਡਿਪਟੀ ਐਡਵੋਕੇਟ ਜਨਰਲ ਨੇ ਉਹ ਆਏ ਨੇ ਆਪਣੀ ਟੀਮ ਨਾਲ। ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ 15 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ, ਇੱਕ ਰਿਟ ਅਸੀਂ ਹੋਰ ਜਿਹੜੀ ਆ ਉਹ ਖਾਰਜ ਕਰਾਂਗੇ। ਉੱਥੇ ਨੌਜਵਾਨ ਭੜਕ ਪਏ, ਉਹ ਕਹਿੰਦੇ ਨਾ ਹੁਣ 1 ਮਿੰਟ ਦਾ ਟਾਈਮ ਨਹੀਂ ਮਿਲਣਾ ਤੁਹਾਨੂੰ। ਫਿਰ ਚਲੋ ਸਿਆਣੇ ਬੰਦੇ ਪੈ ਜੀ 3 ਮਹੀਨੇ ਸਮਾਂ ਦਿੱਤਾ ਤੇ 15 ਦਿਨ ਦੀ ਹੋਰ ਕਿਹੜੀ ਗੱਲ ਦਿੱਤੀ। 15 ਦਿਨ ਦਾ ਹੋਰ ਸਮਾਂ ਦਿੱਤਾ ਤੇ ਨਾਲ ਕਹਿ ਦਿੱਤਾ ਕਿ ਹੁਣ ਤਿਆਰੀ ਕਰਕੇ ਆਇਓ 24 ਤਰੀਕ ਨੂੰ ਜੇ ਕਿਸੇ ਤਲਪਤਨ ਗੱਲ ਨਾ ਲੱਗੀ ਤੇ ਅਸੀਂ ਬਕਾਇਦਾ ਤੌਰ ਤੇ ਇੱਥੇ ਧਰਨਾ ਦੇਵਾਂਗੇ ਤੇ ਸਾਡੇ ਦਾ ਤੁਹਾਨੂੰ ਵੀ ਬਣਾ ਪਊਗਾ। ਜਿਹੜੀ ਟੀਮ ਆਏਗੀ ਤੁਸੀਂ ਵੀ ਸਾਡੀ ਪਾਰਟੀ ਬਣੋਗੇ ਕਿਉਂਕਿ ਤੁਸੀਂ ਸਾਨੂੰ ਗੁੰਮਰਾਹ ਕਰ ਰਹੇ ਹੋ ਤੇ ਜੇ ਕੁਝ ਤੁਸੀਂ ਕਰਕੇ ਆ ਗਏ ਤੇ ਫਿਰ ਠੀਕ ਹੈ। ਦੂਜੇ ਪਾਸੇ ਜਿਹੜੀ ਆ ਅਦਾਲਤ ਦੇ ਵਿੱਚ ਜਦੋਂ ਇਹ ਬਹਿਬਲ ਕਲਾ ਕੇਸ ਜਿਹੜਾ ਸੀ ਇਹਦੀ ਜਿਹੜੀ ਰਿਪੋਰਟ ਸਬਮਿਟ ਹੋ ਚੁੱਕੀ ਹੁਣ ਕੋਟਕਪੂਰੇ 'ਚ ਰਹਿੰਦੀ ਹੈ ਜੇ ਇਨਕੁਆਇਰੀ। ਹਾਈ ਕੋਰਟ ਨੇ ਜਿਹੜਾ ਇਹਨਾਂ ਦੀਆਂ ਜਿਹੜੀਆਂ ਰਿਟਾਂ ਸੀ ਇਹਨਾਂ ਦੀ ਪਟੀਸ਼ਨਾਂ ਖਾਰਜ ਕੀਤੀਆਂ ਵਾ, ਉਮਰਾ ਨੰਗਲ ਦੀ ਕੀਤੀ ਆ ਤੇ ਐਸਐਚਓ ਗੁਰਦੀਪ ਸਿੰਘ ਦੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਵੀ ਇਹ ਸਾਰੇ ਕੇਸ ਜਿਹੜੇ ਆ ਇਹ ਕੰਬਾਈਨ ਕਰਕੇ ਇਕੱਠੇ ਹੀ ਚਲਾਏ ਜਾਣ। ਹੁਣ ਕੋਟਕਪੂਰਾ ਕੇਸ ਦੀ ਜਿਹੜੀ ਆ ਉਹਨਾਂ ਨੇ ਜੱਜ ਨੇ ਕਹਿ ਦਿੱਤਾ ਕਿ ਇਹ 20 ਅਗਸਤ ਤੋਂ ਪਹਿਲਾਂ ਰਿਪੋਰਟ ਸਬਮਿਟ ਕੀਤੀ ਜਾਵੇ ਤੇ 20 ਨੂੰ ਇਹ ਤੇਜ਼ੀ ਨਾਲ ਕੇਸ ਸ਼ੁਰੂ ਕੀਤਾ ਜਾਏਗਾ। ਜੋ ਵੀ ਇਹਦਾ ਫੈਸਲਾ ਹੋਊਗਾ ਉਹ ਇਮੀਡੀਏਟਲੀ ਕੀਤਾ ਜਾਊਗਾ। ਜੇ ਇੰਨੀ ਕਿਹਨਾਂ ਪ੍ਰਾਪਤੀ ਕੀਤੀ ਤੇ ਇਹ ਤੇ ਸਰਕਾਰ ਦੀ ਪ੍ਰਾਪਤੀ ਹੈਗੀ ਕਿਉਂਕਿ ਹਾਈ ਕੋਰਟ ਨੇ ਵੀ ਕਹਿਤਾ ਕਿ ਸਾਰੇ ਕੇਸ ਇਕੱਠੇ ਕੀਤੇ ਜਾਣ ਤੇ ਇੱਕ ਦਿਨ ਜੁੜਦੇ ਸਾਰੇ ਕੇਸ। ਸਭ ਤੋਂ ਵੱਡੀ ਗੱਲ ਜਿਹੜੀ ਆ 2 ਰਿਟਾਂ ਇਹਨਾਂ ਦੀਆਂ 2 ਪਟੀਸ਼ਨਾਂ ਨੇ ਖਾਰਜ ਹੋ ਗਈਆਂ ਨੇ ਪੁਲਿਸ ਵਾਲਿਆਂ ਦੀਆਂ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਮੈਨੂੰ ਉਮੀਦ ਨਹੀਂ ਇਹਦੇ ਵਿੱਚ ਕੋਈ ਸਜ਼ਾ ਕੁਛ ਨਹੀਂ ਹੋਵੇ। ਤੁਸੀਂ ਪੁੱਛੋਗੇ ਕਿਉਂਕਿ ਜਿੰਨਾ ਚਿਰ ਹਥਿਆਰ ਬਰਾਮਦ ਨਹੀਂ ਹੁੰਦਾ ਗੋਲੀ ਜਸਟੀਫਾਈਡ ਹੁੰਦੀ ਵੀ ਕਿਹਦੀ ਗੋਲੀ ਵੱਜੀ ਆ, ਕਿਹੜੇ ਹਥਿਆਰ ਤੋਂ ਵੱਜੀ ਆ, ਕਿੱਥੋਂ ਆਈ, ਉਹਨੀ ਤੇ ਤੁਸੀਂ ਕੀ ਸਜ਼ਾ ਦੇਵੋਗੇ? ਬਿਲਕੁਲ। ਸਿੱਧੂ ਮੂਸੇਵਾਲੇ ਦਾ ਕੇਸ ਵੀ ਇਸੇ ਤਰੀਕੇ ਨਾਲ ਲਮਕਾਇਆ ਜਾ ਰਿਹਾ ਕਿਉਂਕਿ ਉਹ 86 ਕਤਲ ਉਹ ਤਾਂ ਖਤਮ ਜੀ। ਮੈਂ ਉਧਰ ਹੀ ਨੌਜਵਾਨ ਮੁੰਡਾ ਬੈਠਾ ਮੇਰੇ ਨਾਲ ਆਪਣਾ ਕਰਨ, ਅੰਕਲ ਕੀ ਬਣੂਗਾ? ਕੁਛ ਨਹੀਂ ਬਣੂ। ਇਹ ਹਾਈ ਪ੍ਰੋਫਾਈਲ ਕੇਸ ਹੈ, ਲਮਕਾਏ ਜਾਣੇ ਇਹਦੇ ਤੇ ਰੋਟੀਆਂ ਸੇਕਣੀਆਂ ਨੇ ਹੁਣ। ਬਿਲਕੁਲ ਕਿਉਂਕਿ ਉਸ ਨੌਜਵਾਨ ਨੇ ਵਰਲਡ ਵਾਈਡ ਪ੍ਰਸਿੱਧੀ ਪ੍ਰਾਪਤ ਕੀਤੀ ਆ। ਹਰ ਭਾਸ਼ਾ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦੇ ਵਿੱਚ ਲੋਕ ਉਹਦੀ ਬੀਟ ਤੇ ਗਾਣੇ ਸੁਣਦੇ ਆ। ਅੱਜ ਵੀ ਉਹਦੇ ਮਰਨ ਤੋਂ ਬਾਅਦ ਜ਼ਿਆਦਾ ਉਹਦੇ ਫਾਲੋਅਰ ਬਣ ਗਏ ਨੇ, ਉਹਨੂੰ ਜ਼ਿਆਦਾ ਸਰਚ ਕੀਤਾ ਜਾ ਰਿਹਾ। ਇਹਨਾਂ ਲੋਕਾਂ ਨੇ ਉਹਦੇ ਮਾਂ-ਬਾਪ ਦੇ ਸਾਹਮਣੇ ਹੀ ਉਹਨਾਂ ਦੇ ਅਥਰੂਆਂ ਦੀ ਕਦਰ ਨਹੀਂ ਕਰਨੀ, ਹੋਰ ਅਥਰੂ ਵਹਾਉਣੇ ਇਹਨਾਂ ਨੇ। ਮਾਫ ਕਰਨਾ, ਕਈ ਇਹੋ ਜਿਹੇ ਸੋਸ਼ਲ ਨੈਟਵਰਕ ਤੇ ਜੀ ਮੈਂ ਪਿਓ ਨੂੰ ਵੇਖ ਕੇ ਮੈਂ ਤਾਂ ਪਿੰਗਲ ਗਿਆ। ਪਿਓ ਦੀ ਹਾਲਤ ਵੇਖੋ, ਪੁਰਾਣੀ ਫੋਟੋ ਲਾ ਲੈਂਦੇ ਨੇ ਜਦੋਂ ਚਲੋ ਸਿੱਧੂ ਮੂਸੇਵਾਲਾ ਜਿੰਦਾ ਸੀ ਤੇ ਉਸ ਵਕਤ ਤੇ ਹੁਣ ਬਸ। ਉਹ ਯਾਰ ਇਹੋ ਜਿਹੇ ਕਿੰਨੇ ਮਾਂ ਬਾਪ ਨੇ। ਤੁਸੀਂ 78 ਤੋਂ ਲੈ ਕੇ 92-93 ਤੱਕ ਬੁੱਚੜ ਗਿਰਦੀ ਵੇਖੀ ਆ ਕਿਤੇ? ਉਹ ਕਿੰਨੇ ਨੇ। ਮੰਨ ਲਓ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਕਿੰਨੇ ਨੇ। ਬਾਰ-ਬਾਰ ਸਾਡੇ ਮੂੰਹ ਚੋਂ ਇੱਕ ਲਫ਼ਜ਼ ਨਿਕਲਦਾ, ਇੱਕ ਭੈਣ ਦੇ ਸਾਹਮਣੇ ਭਰਾ ਨੂੰ ਨੰਗਿਆਂ ਕਰਕੇ ਨੌਜਵਾਨ ਨੂੰ ਕੋ ਸ਼ਹੀਦ ਕੀਤਾ ਗਿਆ ਹੋਵੇ, ਧੀ ਦੇ ਸਾਹਮਣੇ ਪਿਓ ਨੂੰ ਤੇ ਪਿਓ ਦੇ ਸਾਹਮਣੇ ਧੀ ਨੂੰ। ਹੋਰ ਮੇਰੇ ਕੋਲ ਬਹੁਤਾ ਜ਼ਿਆਦਾ ਨਾ ਬੁਲਵਾਓ। ਉਹਨਾਂ ਪਿਓ ਮਾਂ-ਬਾਪ ਬਾਰੇ ਸੋਚਿਆ ਕਦੇ? ਉਹਨਾਂ ਬਾਰੇ ਵੀ ਸੋਚਿਆ ਕਦੇ? ਠੀਕ ਹੈ, ਨੌਜਵਾਨ ਮੁੰਡਾ ਸੀ, ਚੜ੍ਹਦੀ ਕਲਾ ਦੇ ਵਿੱਚ ਸੀ, ਸੋਹਣਾ ਗਾਉਂਦਾ ਸੀ, ਸੋਹਣਾ ਉਹਨੇ ਲਿਖਿਆ, ਜੋ ਵੀ ਸੋਹਣਾ ਹੀ ਕਵਾਂਗੇ ਉਹਨੂੰ, ਹਨਾ। ਹਰ ਬਾਪ ਦਾ ਪੁੱਤ ਜਦੋਂ ਜਾਂਦਾ ਵਾ, ਹਰ ਮਾਂ ਦਾ ਪੁੱਤ ਜਦੋਂ ਜਾਂਦਾ, ਇਹੀ ਹਾਲਤ ਹੁੰਦੀ ਆ। ਬਿਲਕੁਲ ਇਹੀ ਹਾਲਤ ਹੁੰਦੀ ਆ। ਇਹਦੇ ਤੇ 2 ਦਿਨ ਕੁੱਤਿਆਂ ਨੇ ਰੋਟੀ ਨਹੀਂ ਖਾਧੀ ਤੇ ਤੁਸੀਂ ਦਿਖਾ ਦਿੱਤੀ। ਉਹ ਕਿੱਲਿਆਂ ਦੇ ਬੱਝੇ ਬੇਕਸੂਰ ਜਿਹੜੇ ਪਸ਼ੂ ਸੀ ਉਹਨਾਂ ਨੂੰ ਚਾਰਾ ਨਹੀਂ ਪਾਉਣ ਦਿੰਦੇ ਪਿੰਡ ਵਾਲਿਆਂ ਨੂੰ। ਨਹੀਂ, ਬਿਲਕੁਲ ਨਹੀਂ ਪਾਉਂਦੇ।
ਉਹ ਵਿਚਾਰੇ ਕਿੱਲਿਆਂ ਨਾਲ ਵਜੇ ਤੜਫ ਤੜਫ ਕੇ ਮਰਦੇ, ਉਹ ਵੀ ਸੀਨ ਯਾਦ ਕਰੋ। ਠੀਕ ਹੈ, ਦੁਖਦਾਈ ਘਟਨਾ, ਮਾੜੀ ਘਟਨਾ ਹੈ। ਅੱਜ ਉਹ ਬਾਪ ਤੁਰਿਆ ਫਿਰਦਾ, ਸਾਨੂੰ ਵੀ ਦੁੱਖ ਆਉਂਦਾ, ਪਰ ਇਹੋ ਜਿਹੇ ਕਿੰਨੇ ਨੇ, ਇਹ ਵੀ ਦੇਖੋ ਨਾ। ਜਦੋਂ ਕਿਸੇ ਵੀ ਸਾਡੇ ਵਿੱਚ ਸੰਜਲਾਲ ਹੋ ਭਾਜੀ ਐਕਸੀਡੈਂਟ ਦੇ ਵਿੱਚ ਨੈਚੁਰਲੀ ਕੋਈ ਬੰਦਾ, ਮਾਂ ਦਾ ਪੁੱਤ ਮਰ ਜੇ, ਭੈਣ ਭਰਾ ਮਰ ਜੇ, ਤੇ ਉਹਨਾਂ ਦੇ ਘਰ ਦੇ ਵਿੱਚ ਸੱਥਰ ਏਦਾਂ ਹੀ ਵੇਚਦੇ ਨੇ ਯਾਰ, ਏਦਾਂ ਹੀ ਹੁੰਦਾ। ਹੁਣ ਜਿਹੜਾ ਮੈਂ ਗੱਲ ਕਰਨ ਲੱਗਾ ਜੀ, ਪੁਲਿਸ ਨੇ ਕੀ ਕੀਤਾ? ਇੱਕ ਤੇ ਲਿਖ ਦਿੱਤਾ ਜੀ ਅਣਪਛਾਤੀ ਪੁਲਿਸ ਗੋਲੀ ਚਲਾ, ਦੂਸਰੀ ਚੀਜ਼ ਜਿਹੜੇ ਉਹਨਾਂ ਦੇ ਸਰੀਰਾਂ ਦੇ ਵਿੱਚ ਗੋਲੀਆਂ ਵੱਜੀਆਂ ਸੀ, ਜਦੋਂ ਉਹ ਕੱਢੀਆਂ ਗਈਆਂ ਤੇ ਗੋਲੀਆਂ ਜਿਹੜੀਆਂ ਘਸਾ ਕੇ ਖਤਮ ਕਰਦੀਆਂ, ਪਤਾ ਨਾ ਲੱਗੇ ਵੀ ਕਿਹੜੇ ਹਥਿਆਰ ਦੀ ਗੋਲੀ। ਹਾਂ ਬਸ ਜਦੋਂ ਉਹਦਾ ਲੱਗਣਾ ਕਿਹੜੇ ਹਥਿਆਰ ਦੀ ਗੋਲੀ ਆ, ਇੱਥੇ ਐਸਐਲ ਚੱਲੀ ਆ, ਇੱਥੇ AK-47 ਚੱਲੀ ਆ, ਇੱਥੇ ਪਿਸਤੌਲ ਚੱਲਿਆ, ਕਿਹੜੇ ਚੱਲਿਆ, ਬਾਕੀ ਕੀ ਰਹਿ ਗਏ? ਇੱਥੇ ਵੀ ਤੇ ਇਹੀ ਆ ਸਿੱਧੂ ਦੇ ਵਿੱਚ, ਜਦੋਂ ਚੱਲੀਆਂ ਨੇ ਗੋਲੀਆਂ ਪਤਾ ਨਹੀਂ ਲੱਗ ਰਿਹਾ ਵੀ ਕਿਹੜੀਆਂ ਨੇ। ਇਹ ਸਾਨੂੰ ਉਦੋਂ ਹੀ ਦੱਸ ਦਿੱਤਾ, ਪਤਾ ਅਸੀਂ ਉਦੋਂ ਬੋਲਤਾ ਪੈ ਗਿਆ, ਕੰਮ ਪੰਗਾ ਪੈ ਗਿਆ ਵੀ ਉਹ ਕਿਹੜੀ ਜਿਹੜੀ ਐਨ ਕਿਹੜੀ 90 ਕਿਹੜੀ ਸੀ, AN-94 ਉਹ ਆ ਗਈ ਜੀ। ਉਹਦੀ ਗੋਲੀਆਂ ਹੁਣ AK-47 ਦਿਖਾਈ ਜਾਂਦੇ ਫੜੀਆਂ, ਕਿੱਥੇ ਉਹ ਕਿੱਥੇ ਆ। ਉਹਦੇ ਫਾਦਰ ਨੇ ਵੀ ਇੰਨੀ ਗੱਲ ਕਹਿ ਦਿੱਤੀ ਆ ਕਿ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਰਹੀ। ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ, ਉਹਦੇ ਵਿੱਚ ਡਿਮਾਂਡ ਕੀਤੀ ਸੀ ਵੀ ਸਾਡੀ ਕਿਸੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਏ। ਇੱਕ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਬਕਾਇਦਾ ਤੌਰ ਤੇ ਹੋਮ ਮਿਨਿਸਟਰ ਨੂੰ ਕਿ ਇਹਦੀ CBI ਤੋਂ ਜਾਂਚ ਕਰਾਈ ਜਾਏ। ਨਾ ਤੇ ਹੋਮ ਮਿਨਿਸਟਰ ਨੇ ਕੋਈ ਕਾਰਵਾਈ ਕੀਤੀ ਤੇ ਭਗਵੰਤ ਮਾਨ ਨੇ ਉੱਥੇ ਦੇ ਵੀ ਆਪਣਾ DO ਲੈਟਰ ਲਾ ਕੇ ਤੇ ਚੀਫ ਜਸਟਿਸ ਹਾਈ ਕੋਰਟ ਨੂੰ ਭੇਜ ਦਿੱਤਾ ਸੀ ਕਿ ਇਹਦੀ ਜਾਂਚ ਜਿਹੜੀ ਕਰਾਈ ਜਾਵੇ। ਅੱਗੋਂ ਜਵਾਬ ਆ ਗਿਆ ਜੀ ਸਾਡੇ ਕੋਲ ਜੱਜ ਕੋਈ ਇਹੋ ਜਿਹਾ ਵਿਹਲਾ ਨਹੀਂ ਹੈਗਾ ਵੀ ਜਿੱਥੇ ਇਹਨਾਂ ਦੇ ਸਮਾਂ ਬਰਬਾਦ ਕਰ ਸਕੇ। ਇਹ ਪੁਲਿਸ ਜਾਂਚ ਕਰ ਰਹੀ ਹੈ, ਪੁਲਿਸ ਦਾ ਕੰਮ ਸਾਡਾ ਕੰਮ ਜੀ। ਚਲੋ ਆਖਰੀ ਕੁਐਸਚਨ ਹੈ ਭੱਟੀ ਸਾਹਿਬ ਜੀ, ਸਵਾਲ ਬੜੇ ਨੇ। ਆਖਰੀ ਕੁਐਸਚਨ ਹੈ, ਸਰਕਾਰੀ ਬੱਸਾਂ ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਕੋਈ ਤਸਵੀਰ ਨਹੀਂ ਲੱਗੇਗੀ, ਬੱਸਾਂ ਵਿੱਚ ਕੋਈ ਵੀ ਤਸਵੀਰ ਨਹੀਂ ਲੱਗੇਗੀ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੇਕਰ ਭਿੰਡਰਾਂ ਵਾਲਿਆਂ ਦੀ ਤਸਵੀਰ ਉਤਾਰੇਗੀ ਤਾਂ 100 ਹੋਰ ਲੱਗਣਗੀ। ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਇਹ ਸਪਸ਼ਟ ਕਰੇ ਕਿ ਉਸ ਸੰਤ ਭਿੰਡਰਾਂ ਵਾਲੇ ਨੂੰ ਕਦੋਂ ਤੋਂ ਸ਼ਹੀਦ ਬੰਦਨਾ ਸ਼ੁਰੂ। ਅੱਛਾ ਰੱਖ, ਮੇਰੇ ਮੂੰਹ ਦੀ ਗੱਲ ਕਹਿ ਰਹੀ ਆ ਮੈਂ ਨਾ, ਹੁਣ ਥੋੜਾ ਜਿਹਾ ਮੈਂ ਨਹੀਂ ਕਹਿਣਾ ਕੁਝ, ਇਹਦੇ ਨਾਲ ਸਵਾਲ ਬੜੇ ਹੋਰ ਜੁੜਦੇ ਨੇ, ਪਰ ਚਲੋ ਐਨੀਵੇ। ਸ਼੍ਰੋਮਣੀ ਕਮੇਟੀ ਆਪਣੇ ਅਕਾਵਾਂ ਨੂੰ ਪੁੱਛੇ ਕਿ ਸੰਤ ਭਿੰਡਰਾਂ ਵਾਲੇ ਸ਼ਹੀਦ ਸਨ। ਸ਼੍ਰੋਮਣੀ ਕਮੇਟੀ ਆਪਣੇ ਅਕਾਵਾਂ ਨੂੰ ਇਹ ਪੁੱਛੇ ਵੀ ਤੁਸੀਂ ਕਦੋਂ ਸ਼ਹੀਦ ਬਣਨਾ ਸ਼ੁਰੂ ਕੀਤਾ, ਤੁਸੀਂ ਜੇ ਕਹਿੰਦੇ ਅੱਤਵਾਦੀ ਨਹੀਂ। ਚਲੋ ਜਦੋਂ ਤਸਵੀਰ ਲਾਤੀ ਉਦੋਂ ਤੋਂ ਫਿਰ ਉਹਨਾਂ ਨੂੰ ਮੰਨ ਲਿਆ, ਕਹਿੰਦੇ ਸ਼ਹੀਦ ਮੰਨ ਲੈਂਦੇ। ਹਾਂ, ਜਦੋਂ ਨਜਾਇਬ ਘਰ ਚ ਤਸਵੀਰ ਲਾਤੀ। ਜਿਹੜੀ ਸਰਕਾਰੀ ਬੱਸ ਨਾ, ਸਰਕਾਰੀ ਬੱਸ, ਉਹਦੇ ਵਿੱਚ ਕੋਈ ਫੋਟੋ ਲਾਉਂਦਾ ਨਹੀਂ, ਉਹਦੇ ਵਿੱਚ ਡਰਾਈਵਰ ਹੀ ਆਪਣੀ ਮਨਮਰਜ਼ੀ ਦੀ ਫੋਟੋ ਲਾਲ ਦੇ, ਆਪਣੀ ਡਰਾਈਵਰ ਸੀਟ ਦੇ ਪਾਸੇ ਸੰਤ ਭਿੰਡਰਾਂ ਦੀ ਫੋਟੋ ਲਾਤੀ, ਹਵਾਰੇ ਦੀ ਫੋਟੋ ਲਾਉਣ ਦੀ, ਉਹ ਉਹਨਾਂ ਦੀ ਮਨਪਸੰਦ। ਲੇਕਿਨ ਸਵਾਰੀਆਂ ਬਹਿਣ ਵਾਲੀਆਂ ਕਈ ਇਤਰਾਜ਼ ਵੀ ਕਰਦੀਆਂ ਸੀ ਇਹ ਫੋਟੋ ਕਿਉਂ। ਹੁਣ ਉਹਨਾਂ ਨੇ ਕਹਿਤਾ ਵੀ ਕੋਈ ਵੀ ਫੋਟੋ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਕੋਈ ਸਲੋਗਨ ਜਿਹੜਾ ਕੋਈ ਵੀ ਨਹੀਂ ਲਾਇਆ ਜਾਊਗਾ। ਲੇਕਿਨ ਜਿਹੜਾ ਪਹਿਲਾ ਹੁਕਮ ਲਾਇਆ ਸੀਗਾ ਕਿ ਭਿੰਡਰਾਂ ਵਾਲੇ ਦੀ ਫੋਟੋ ਲਾਈ ਹੈ, ਉਹ ਹੁਕਮ ਵਾਪਸ ਲੈ ਲਿਆ ਉਹਨਾਂ ਨੇ, ਲਾਇਆ ਨਹੀਂ ਜਾਊਗਾ, ਜੇ ਲੱਗਿਆ ਲਾਈ ਨਹੀਂ ਜਾਣੀ। ਉਹਦੇ ਵਿੱਚ ਇਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਅਸੀਂ ਫੋਟੋ ਲਾਵਾਂਗੇ ਕੁਛ ਜਥੇਬੰਦੀਆਂ ਨੇ, ਤੇ ਉਹਦੇ ਦਲ ਖਾਲਸਾ ਨੇ ਕਿਹਾ ਸੀ ਲਾ ਕੇ ਬਹੁਤ ਤੁਰੇ ਉਹਨੇ। ਉਹਨੂੰ ਵੇਖ ਕੇ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ, ਭਾਈ ਜੇ ਇੱਕ ਫੋਟੋ ਭਿੰਡਰਾਂ ਵਾਲੇ ਦੀ ਲਾਓਗੇ ਤੇ ਉਹਨਾਂ ਦੇ ਜਿਹੜੇ ਮੰਨਣ ਵਾਲੇ ਉਹ 100 ਫੋਟੋ ਹੋਰ ਲਾ ਦੇਣਗੇ, ਕੀ ਫਾਇਦਾ। ਉਹ ਜਿਹੜੇ ਆਪਾਂ ਨੇ ਉਹਨਾਂ ਦੇ ਮੰਨਣ ਵਾਲੇ। ਹਾਂਜੀ, ਹੁਣ ਸਰਕਾਰ ਨੇ ਜਿਹੜਾ ਗੋਲਮੋਲ ਇੱਕ ਸਰਕੂਲਰ ਜਾਰੀ ਕਰ ਦਿੱਤਾ, ਕਿਉਂਕਿ ਗੁਰਮੋਹਨ ਸਿੰਘ ਮੰਝ ਜਿਹੜਾ ਹੈਗਾ ਉਹਨੇ ਇੱਕ ਚਿੱਠੀ ਲਿਖੀ ਸੀ ਵੀ ਇਹ ਹਵਾਰਾ ਅੱਤਵਾਦੀ ਆ, ਅੱਤਵਾਦੀ ਦੀ ਫੋਟੋ ਨਹੀਂ ਲੱਗ ਸਕਦੀ। ਹੁਣ ਉਹਨਾਂ ਨੇ ਇਹ ਨਾ ਉਹਨੂੰ ਮੰਨਿਆ ਨਾ ਉਹਨੂੰ ਮੰਨਿਆ, ਉਹਨੇ ਕਿਹਾ ਜੀ ਕੋਈ ਵੀ ਫੋਟੋ ਨਾ ਲਾਓ ਤੁਸੀਂ ਬੱਸ ਦੇ ਵਿੱਚ, ਭਾਵੇਂ ਜਿਹੜੀ ਮਰਜ਼ੀ ਹੋਵੇ, ਕੋਈ ਲੱਗਣ ਕੋਈ ਸਲੋਗਨ ਨਾ। ਬਿਲਕੁਲ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, ਥੈਂਕ ਯੂ ਵੈਰੀ ਮਚ। ਸ਼ੁਕਰੀਆ। ਰੱਬ ਰੱਖ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।